11 ਅਰਬ ਡਾਲਰ ਜ਼ਰਦਾਰੀ ਦੇ ਅਕਾਊਂਟ 'ਚ ਨੇ। ਇਹ ਉਹ ਪੈਸੇ ਨੇ ਜਿਹੜੇ ਸੇਵ ਹੋਏ ਨੇ, ਜਿਹੜੇ ਅਸਾਸੇ ਜ਼ਾਹਰ ਨਹੀਂ ਹੋਏ ਉਹ ਲਹਿਦਾ ਪੈਸੇ ਨੇ। ਤੇ ਨਵਾਜ਼ ਸ਼ਰੀਫ ਦੇ ਅਕਾਊਂਟ 'ਚ 9 ਅਰਬ ਡਾਲਰ ਨੇ ਤੇ ਜਿਹੜਾ ਪਾਕਿਸਤਾਨ ਦਾ ਆਪਣਾ ਖਜ਼ਾਨਾ ਹੈ 3 ਅਰਬ ਡਾਲਰ ਨੇ। ਜਿਹੜਾ ਪਾਕਿਸਤਾਨ ਦਾ ਖਜ਼ਾਨਾ ਉਹ ਉੱਤੇ ਜਾਣਾ ਚਾਹੀਦਾ ਸੀ ਨਾ, ਕਿ ਇਹਨਾਂ ਦੇ ਘਰ ਦੇ ਅਕਾਊਂਟ ਉੱਤੇ ਜਾਣੇ ਚਾਹੀਦੇ ਹਨ। ਸਿਆਸੀ ਉਹਨਾਂ ਦੇ ਖਜ਼ਾਨੇ ਵੇਖੋ ਨਾ, ਕਿਹੜੀਆਂ ਉਹਨਾਂ ਦੀ ਮਿਲਾਂ ਸਨ ਪਹਿਲਾਂ। ਸਾਡਾ ਖੂਨ ਪਿਤਾ ਨੇ ਤੇ ਬੁਲਾਏ ਨੇ ਨਾ ਸਾਰਾ ਕੁਝ ਉਹਨਾਂ। ਪੀਡੀਆਈ ਵੀ ਆਈ ਹੈ, 3 ਸਾਲ ਆਈ ਹੈ, 4 ਸਾਲ ਆਈ ਹੈ, ਉਹਨੇ ਕੁਝ ਨਹੀਂ ਕੀਤਾ। ਉਸ ਤੋਂ ਪਹਿਲਾਂ 30 ਸਾਲ ਉਹਨਾਂ ਹਕੂਮਤ ਹੈ, ਉਹਨਾਂ ਵੀ ਸਾਨੂੰ ਕੁਝ ਨਹੀਂ ਕੀਤਾ ਹੈ। ਆਵਾਮ ਦੇ ਬਾਰੇ ਕੋਈ ਨਹੀਂ ਸੋਚਦਾ। ਆਪਣੇ ਉਹ ਤੁਸੀਂ ਵੇਖਿਆ ਨਹੀਂ ਕਿ ਇੰਡੀਆ ਨੂੰ ਵੋਟ ਦਿਓ, ਨੂਨ ਲੀਗ ਨੂੰ ਵੋਟ ਦਿਓ, ਪੀਪਲ ਪਾਰਟੀ ਨੂੰ ਵੋਟ ਦਿਓ। ਸਾਡੀ ਆਵਾਮ ਖੁਦ ਬੇਵਕੂਫ ਬਣੀ ਹੋਈ ਹੈ, ਕਿਉਂਕਿ ਅਸੀਂ ਸਾਰਿਆਂ ਨੂੰ ਅਜ਼ਮਾਇਆ ਹੋਇਆ ਹੈ, ਸਾਰਿਆਂ ਨੇ ਸਾਨੂੰ ਹੀ ਖਾਣਾ ਹੈ। ਮੈਂ ਕਿਹਨਾਂ ਸਪੋਰਟ ਕਰਨਾ ਕਿਸੇ ਨੂੰ ਵੀ ਨਹੀਂ ਚਾਹੀਦਾ, ਸਾਰਿਆਂ ਨੇ ਅੱਗ ਮਾਰਿਆ ਹੋਇਆ। ਇੱਥੇ ਮਹਿੰਗਾਈ ਦੌਰ ਤੇ ਪੈਟਰੋਲ ਮਿਲਦਾ ਨਹੀਂ ਪਿਆ, ਤੇ ਜਿਹੜਾ ਨਾ ਪੀਟੀਆਈ ਨੂੰ ਵੋਟ ਦਿਓ, ਨੂਨ ਲੀਗ ਨੂੰ ਵੋਟ ਦਿਓ, ਪੀਪਲ ਪਾਰਟੀ ਨੂੰ ਵੋਟ ਦਿਓ। ਸਾਡੀ ਆਵਾਮ ਖੁਦ ਬੇਵਕੂਫ ਬਣੀ ਹੋਈ ਹੈ, ਕਿਉਂਕਿ ਅਸੀਂ ਸਾਰਿਆਂ ਨੂੰ ਅਜ਼ਮਾਇਆ ਹੋਇਆ ਹੈ, ਸਾਰਿਆਂ ਨੇ ਸਾਨੂੰ ਹੀ ਖਾਣਾ ਹੈ। ਪੀਡੀਆਈ ਵੀ ਆਈ ਹੈ, 3 ਸਾਲ ਆਈ ਹੈ, 4 ਸਾਲ ਆਈ ਹੈ, ਉਹਨੇ ਕੁਝ ਨਹੀਂ ਕੀਤਾ। ਉਸ ਤੋਂ ਪਹਿਲਾਂ 30 ਸਾਲ ਉਹਨਾਂ ਹਕੂਮਤ ਹੈ, ਉਹਨਾਂ ਵੀ ਸਾਨੂੰ ਕੁਝ ਨਹੀਂ ਕੀਤਾ ਹੈ। ਆਵਾਮ ਦੇ ਬਾਰੇ ਕੋਈ ਨਹੀਂ ਸੋਚਦਾ। ਆਪਣੇ ਉਹ ਤੁਸੀਂ ਵੇਖਿਆ ਨਹੀਂ ਕਿ 11 ਅਰਬ ਡਾਲਰ ਜ਼ਰਦਾਰੀ ਦੇ ਅਕਾਊਂਟ 'ਚ ਨੇ। ਇਹ ਉਹ ਪੈਸੇ ਨੇ ਜਿਹੜੇ ਸੇਵ ਹੋਏ ਨੇ, ਜਿਹੜੇ ਅਸਾਸੇ ਜ਼ਾਹਰ ਨਹੀਂ ਹੋਏ ਉਹ ਲਹਿਦਾ ਪੈਸੇ ਨੇ। ਤੇ ਨਵਾਜ਼ ਸ਼ਰੀਫ ਦੇ ਅਕਾਊਂਟ 'ਚ 9 ਅਰਬ ਡਾਲਰ ਨੇ ਤੇ ਜਿਹੜਾ ਪਾਕਿਸਤਾਨ ਦਾ ਆਪਣਾ ਖਜ਼ਾਨਾ ਹੈ 3 ਅਰਬ ਡਾਲਰ ਨੇ। ਜਿਹੜਾ ਪਾਕਿਸਤਾਨ ਦਾ ਖਜ਼ਾਨਾ ਉਹ ਉੱਤੇ ਜਾਣਾ ਚਾਹੀਦਾ ਸੀ ਨਾ, ਕਿ ਇਹਨਾਂ ਦੇ ਘਰ ਦੇ ਅਕਾਊਂਟ ਉੱਤੇ ਜਾਣੇ ਚਾਹੀਦੇ ਹਨ। ਤੇ ਮੈਂ ਆਵਾਮ ਅੱਗੇ ਅਪੀਲ ਇਹੀ ਕਰਨਾ ਵਾ ਕਿ ਜਿਹੜਾ ਸੋਚ ਸਮਝ ਕੇ ਜਿਹੜਾ ਨਾ ਵੋਟ ਦਿਓ, ਜਿਹਨੂੰ ਵੀ ਦੇ ਸਮਝ ਕੇ। ਇਸ ਤੁਹਾਡੇ ਹਲਕੇ 'ਚ ਤੁਹਾਨੂੰ ਕੌਣ ਲੱਗਦਾ ਹਲਕੇ ਵਾਸਤੇ ਕਿਹੜਾ ਆਦਮੀ ਅੱਛਾ ਹੈ? ਮੈਂ ਤਾਂ ਕਹਿੰਦਾ ਕੋਈ ਚੰਗਾ ਬੰਦਾ ਹੋਈਏ, ਸ਼ੇਰ ਹੋਈਏ, ਪੀਟੀਆਈ ਹੋਏ, ਸਾਡੇ ਹੱਕ 'ਚ ਜਿਹੜਾ ਬਿਹਤਰ ਹੋਵੇ ਉਹ ਹੋਵੇ। ਵੈਸੇ ਕੀ ਲੱਗਦਾ ਕਿਹੜਾ ਬੰਦਾ ਆਵਾਮ ਦੇ ਹੱਕ ਦੇ ਵਿੱਚ ਕਿਹੜਾ ਬਿਹਤਰ ਹੈ? ਮੈਨੂੰ ਤੇ ਫਿਲਹਾਲ ਜਿੰਨੀ ਕੁ ਮੇਰੀ ਉਮਰ ਹੈ, ਮੇਰਾ ਤਜਰਬਾ ਕਿ ਇਹਨਾਂ 'ਚ ਕੋਈ ਨਹੀਂ ਬਿਹਤਰ ਲੱਗਦਾ। ਉਹਨਾਂ 'ਚ ਕੋਈ ਨਹੀਂ ਬਿਹਤਰ ਲੱਗਦਾ। ਅੱਛਾ, ਮੌਜੂਦਾ ਜਿੰਨੇ ਵੀ ਸਿਆਸੀ ਮੁਆਸ਼ੀ ਹਾਲਾਤ ਨੇ, ਜੀ ਸਰ। ਪੈਟਰੋਲ ਵੀ ਨਹੀਂ ਮਿਲਦਾ ਪਿਆ, ਆਟਾ ਵੀ ਨਹੀਂ ਮਿਲਦਾ ਪਿਆ, ਬਿੱਲਾਂ ਦੀ ਜਿਹੜੀ ਕੀਮਤ ਹੈ ਉਹਦੇ ਵਿੱਚ ਵੀ ਇਜ਼ਾਫਾ, ਗੈਸ ਦੇ ਬਿੱਲ ਉਹਨਾਂ 'ਚ ਵੀ ਇਜ਼ਾਫਾ। ਤੁਸੀਂ ਸਮਝਦੇ ਹੋ ਕਿ ਆਇੰਦਾ ਜਿਹੜੀ ਹੁਕੂਮਤ ਆਏਗੀ ਇਹ ਹਾਲਾਤ ਨੂੰ ਕੰਟਰੋਲ ਕਰ ਲਏਗੀ? ਬੜੀ ਮੁਸ਼ਕਲ ਹੈ। ਇਸ ਮੁਲਕ ਦਿਵਾਲੀਏ ਦੀ ਤਰਫ ਜਾਂਦੇ ਆ। ਅਗਲੀ ਹਕੂਮਤ ਵੀ ਆਏਗੀ, ਜੋ ਮਰਜ਼ੀ ਹੋਈਏ, ਇਹ ਕੰਟਰੋਲ ਨਹੀਂ ਕਰ ਸਕਦੀ। ਨਹੀਂ ਕਰ ਸਕਦੀ। ਜਿੰਨਾ ਮਰਜ਼ੀ ਤਜਰਬਾ ਇਹਨਾਂ ਦਾ, ਤਜਰਬਾਕਾਰ ਉਹ ਉੱਥੋਂ ਲੈ ਕੇ ਬਿਠਾਇਆ ਹਨ ਲਿਆ ਕੇ। ਉਹ ਕਿਹੜਾ ਪੈਟਰੋਲ ਥੱਲੇ ਹੋਇਆ? ਇਸਹਾਕ ਡਾਰ ਨੂੰ ਲਿਆਂਦਾ। ਇਸਹਾਕ ਡਾਰ ਨੂੰ ਆਂਦਾ ਸੀ। ਉਹ ਕਿਹੜਾ ਜੰਗੀ ਤਿਆਰੇ ਤੇ ਲੈ ਕੇ ਆਇਆ ਤੇ ਪੈਟਰੋਲ ਉੱਤੇ ਗਿਆ ਤੇ ਥੱਲੇ ਆਇਆ। 30 ਰੁਪਏ ਵਧਾਉਂਦੇ ਨੇ, 5 ਰੁਪਏ ਘੱਟ ਕਰ ਦੇਣ, ਆਵਾਮ ਕਹਿੰਦੇ ਨੇ ਉਹ ਬੱਲੇ 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 ਹੋ ਗਈ ਹੈ। ਮਤਲਬ ਇਹਨਾਂ ਸਾਰਿਆਂ ਦਾ ਜ਼ਿੰਮੇਦਾਰ ਤੁਸੀਂ ਸਾਰੇ ਸਿਆਸੀਆਂ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਕਹਿੰਦੇ? ਸਿਆਸੀ ਉਹਨਾਂ ਦੇ ਖਜ਼ਾਨੇ ਵੇਖੋ ਨਾ, ਕਿਹੜੀਆਂ ਉਹਨਾਂ ਦੀ ਮਿਲਾਂ ਸਨ ਪਹਿਲਾਂ। ਸਾਡਾ ਖੂਨ ਪਿਤਾ ਨੇ ਤੇ ਬੁਲਾਏ ਨੇ ਨਾ ਸਾਰਾ ਕੁਝ ਉਹਨਾਂ। ਤੇ ਉਹ ਇੱਕ ਲੀਡਰ ਹੈ ਜਿਹੜਾ ਬਾਹਰ ਬੈਠਾ ਹੋਇਆ, ਉਹਦੇ ਬਾਰੇ ਕੀ ਕਹੋਗੇ? ਉਹ ਸਰ ਜੀ, ਉਹ ਬੰਦੇ ਨੂੰ ਛੱਡੋ, ਉਹਦੇ ਬਾਰੇ ਤਾਂ ਕੀ ਕਹਿਣਾ। ਉਹ ਆਇਆ ਨਾ ਆਇਆ ਇੱਕ ਬਰਾਬਰ ਹੈ। ਆਵਾਮ ਨੂੰ ਸਹੀ ਚਿੱਤਰ ਆਵਾਮ ਨੂੰ ਪੈਣੇ ਚਾਹੀਦੇ ਨੇ। ਬਾਕੀ ਤੇ ਸਾਰੇ ਆਗੇ ਨੇ, ਇੱਕ ਲੀਡਰ ਰਹਿ ਗਿਆ ਪਾਕਿਸਤਾਨ ਦਾ ਬਾਹਰ। ਉਹ ਆਈਏ ਪਾਕਿਸਤਾਨ ਤੇ ਹਾਲਾਤ ਬਿਹਤਰ ਹੋ ਸਕਦੇ ਨਹੀਂ ਭਾਜੀ, ਜਿਹੜੇ ਹਨ ਇਸ ਤੋਂ ਵੀ ਥੱਲੇ ਜਾ ਸਕਦੇ ਜੀ। ਹਾਂਜੀ जी भाईजान, क्या हाल है? अल्हम्दुलिल्लाह, आप सुनाए, आप ठीक हैं? अल्हम्दुलिल्लाह। इस हल्के में इलेक्शन हो रहे हैं, कौन सा आदमी इस हल्के के लिए अच्छा है आपके ख्याल में? पीटीआई का। पीटीआई, क्या वजह है? दूसरों से सभी से डिफरेंट है यार, ठीक है। डिफरेंट इस वजह से है कि दूसरे जितने भी करप्ट माफिया हमारा जितने भी 75 सालों से जितना भी चला आ रहा है, इन्हीं लोगों की वजह से जो कुछ हो रहा है ये इन लोगों की वजह से हाल है। और जब आप एक स्टेबल हुकूमत को तोड़ते हो ना, फिर मुल्क के ऊपर बहुत ज़्यादा बाहर के लोगों को जो इन्वेस्टर होते हैं वो भाग जाते हैं। तो अभी यही मुल्क में हाल हुआ पड़ा है। यही बात कुछ लोग भी कर रहे हैं कि जिस वक्त नून लीग की हुकूमत थी, नवाज शरीफ को भी 5 साल उसको भी हटा दिया गया। उनकी खैर हुकूमत ने, उनकी जमात ने तो पूरे किए। उस वक्त भी लोगों का ये कहना मुल्क तरक्की की तरफ जा रहा था। कैसे तरक्की की तरफ जा सकता है? आप इस चीज़ को देखो, आपने हर चीज़ को आर्टिफिशियल कंट्रोल किया हुआ था। जब आप हर चीज़ को आर्टिफिशियल कंट्रोल करते हो ना, तो फिर उसका मुल्क की जड़ें आप खा जाते हो सारी। वो खोखली हो चुकी थी। अभी इमरान खान आया, पीटीआई आई, लेट्स सपोज के आप देखो, अगर वो बंदा आया, उसने कुछ ना कुछ काम किया, बेसिक से उसने उठाया, हमारी इंडस्ट्री नीचे चली गई। हमारी नून लीग के दौर में बहुत ज़्यादा चीज़ें ऐसी जो बिल्कुल नीचे चली गई थी। बेसिक जब ऊपर आप वर्किंग करते हो ना, जब बेसिक क्लियर है फिर आप ऊपर आते हो, तो वो इसी बेसिक के ऊपर काम कर रहा था। तो जिसके बाद अभी आप देख लो अच्छा, अभी जो हालात हैं, जैसे पीटीआई के कुछ रहनुमा उनको गिरफ्तार भी किया गया है, खान साहब ने जेल बढ़ो तहरीक का भी ऐलान कर दिया है, उन्होंने असम्बलियाँ भी तोड़ दी है, इलेक्शन की तरफ जा रहे हैं, लेकिन पीडीएम नहीं जा रही। इमरान खान को हर तरीके से बेबस करने की कोशिश कर रही हैं। क्या समझते हैं, खान साहब बेबस हो जाएंगे? नहीं, वो बंदा बेबस होने वाला नहीं है। वैसे मेरा ओपिनियन ये है कि वो बंदा बेबस होने वाला नहीं है। उसके पीछे आवाम की सपोर्ट है और वो बंदा भी गुड है। एक ऐसा बंदा जो इस चीज़ सारी चीज़ों को समझता है। एक तरफ दूसरे वो बंदे हैं
जिनको किसी चीज़ का कुछ भी पता नहीं है, ठीक है, इनके बच्चे ऊपर आ रहे हैं, ठीक है, बाकी उसके साथ जो भी 30-30 सालों से 40-40 सालों से लगे हुए हैं, क्या वो लोग ऊपर आए हैं? इस हल्के की मैं आखिरी बात करता हूँ आपसे, एक इस हल्के में हमेशा मुस्लिम लीग नून विन करती आ रही है, आपको क्या लगता है आइंदा जो इलेक्शन है उसमें कोई तब्दीली आएगी नजर? यार अभी जो हालात चल रहे हैं ना, मुझे तो ये लगता है कि ये पीटी विन नहीं कर सकती, क्योंकि अभी हर चीज़ इनके अपोजिट है। अगर हाँ अपोजिट है एक चीज़, और दूसरा बंदे का अच्छा होना भी ज़रूरी है। अगर बंदा अच्छा है, चाहे वो नून लीग से है, चाहे वो पीटीसी है, जहाँ से भी है, मुल्क के लिए और हल्के के लिए अच्छा होना चाहिए। शहबाज शरीफ आइए, भावें इमरान खान आइए, कोई भी आइए, तब्दीली नहीं हो सकती।